ਜ਼ਿਹਾਰ ਦਾ ਮਸਲਾ, ਜ਼ਿਹਾਰ ਇਹ ਤਲਾਕ ਵਰਗੀ ਇੱਕ ਚੀਜ਼ ਹੁੰਦੀ ਹੈ। ਕੋਈ ਸ਼ਖਸ ਆਪਣੀ ਬੀਵੀ ਨੂੰ ਕਹਿ ਦੇਵੇ ਕਿ ਤੂੰ ਅੱਜ ਤੋਂ ਬਾਅਦ ਮੇਰੀ ਮਾਂ ਵਰਗੀ ਹੈ, ਜਾਂ ਮਤਲਬ ਇਸ ਤਰ੍ਹਾਂ ਦੇ ਕੋਈ ਅਲਫਾਜ਼ ਹੈ। ਤਲਾਕ ਜਿਹੜਾ ਨਾ ਉਹ ਤੇ ਹੋਰ ਅਲਫਾਜ਼ ਹੁੰਦੇ ਆ ਨਾ, ਇਸ ਤਰ੍ਹਾਂ ਦਾ ਕੋਈ ਜੁਮਲਾ ਕਹਿ ਦੇਵੇ, ਬਲਕਿ ਅੱਜ ਨਹੀਂ, ਉਸ ਜ਼ਮਾਨੇ 'ਚ ਕਹਿ ਦਿੰਦਾ ਸੀ ਨਾ, ਤੇ ਉਹਨੂੰ ਤਲਾਕ ਹੀ ਸਮਝਿਆ ਜਾਂਦਾ ਸੀ। ਤਲਾਕ ਵੀ ਐਸੀ ਸਮਝਿਆ ਜਾਂਦਾ ਸੀ ਕਿ ਜਿਸ ਤੋਂ ਬਾਅਦ ਰਜੂ ਵਾਲੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੀ। ਬਹਰਹਾਲ ਇਹ ਪਹਿਲੀਆਂ 4 ਆਇਤਾਂ ਦੇ ਵਿੱਚ ਉਸ ਮਸਲੇ ਦਾ ਜ਼ਿਕਰ ਹੈ। ਇਹ ਅਸਲ ਦੇ ਵਿੱਚ ਇੱਕ ਖੌਲਾ ਬਿਨਤ ਸਾਲਬਾ ਰਜ਼ੀ ਅੱਲਾਹ ਤਾਲਾ ਅਨਹਾ, ਉਹ ਜਿਹੜੀਆਂ ਸੀਗੀਆਂ ਨਾ ਅੰਸਾਰੀ ਸਹਾਬੀਆ ਸੀ, ਉਹਨਾਂ ਦੇ ਜਿਹੜੇ ਸ਼ੌਹਰ ਸੀਗੇ, ਉਹਨਾਂ ਦਾ ਨਾਂ ਸੀਗਾ ਓਸ ਬਿਨ ਸਾਮਤ ਰਜ਼ੀ ਅੱਲਾਹ ਤਾਲਾ ਅਨਹੂ। ਉਹ ਬੱਚੇ ਵੀ ਛੋਟੇ ਛੋਟੇ ਸੀਗੇ, ਤੇ ਉਹਨਾਂ ਨੇ ਆਪਣੀ ਬੀਵੀ ਨੂੰ ਕਿਸੇ ਵਜ੍ਹਾ ਤੋਂ ਜਿਹੜਾ ਨਾ ਉਹ ਇਸ ਤਰ੍ਹਾਂ ਜਿਹੜਾ ਨਾ ਉਹ ਕਹਿ ਦਿੱਤਾ ਕਿ ਤੂੰ ਮੇਰੀ ਮਾਂ ਦੀ ਤਰ੍ਹਾਂ ਵਾਂ। ਇਹਨੂੰ ਜ਼ਿਹਾਰ ਕਹਿੰਦੇ ਆ। ਤੇ ਇਹਨੂੰ ਕਿਉਂਕਿ ਹਜੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਰੀਅਤ ਦੇ ਵਿੱਚ ਇਹਦਾ ਕੋਈ ਹੁਕਮ ਨਹੀਂ ਆਇਆ ਸੀ, ਤੇ ਸਾਬਕਾ ਜਿਹੜਾ ਇੱਕ ਰਿਵਾਜ ਚੱਲਿਆ ਆ ਰਿਹਾ ਸੀਗਾ ਉਹ ਇਹ ਸੀ ਕਿ ਇਹ ਇੱਕ ਤਲਾਕ ਹੋ ਗਈ ਹੈ। ਤੇ ਉਹ ਖਾਤੂਨ ਸਾਹਬੀਆ ਉਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋ ਆਈ ਵੀ ਹੁਣ ਮੇਰੇ ਸ਼ੌਹਰ ਨੇ ਤੇ ਇਹ ਕਰ ਲਿਆ। ਹੁਣ ਉਹ ਮਤਲਬ ਇਹ ਕਿ ਉਸ ਵੇਲੇ ਜਿੱਦਾਂ ਦੀ ਵੀ ਹਾਲਤ ਸੀ, ਗੁੱਸੇ 'ਚ ਕਹਿ ਦਿੱਤਾ ਜਾਂ ਜੋ ਜਿੱਦਾਂ ਵੀ ਕਹਿ ਦਿੱਤਾ, ਲੇਕਿਨ ਹੁਣ ਮਸਲਾ ਇਹ ਆ ਵੀ ਇਹਦੇ ਵਿੱਚ ਸਾਬਕਾ ਰਿਵਾਜ ਦੇ ਮੁਤਾਬਕ ਤੇ ਰਜੂ ਕੋਈ ਨਹੀਂ ਹੈਗਾ। ਮੇਰੇ ਬੱਚੇ ਰੁਲ ਜਾਣਗੇ, ਫਿਰ ਮੈਂ ਕਿੱਧਰ ਜਾਵਾਂਗੀ ਬੱਚਿਆਂ ਨੂੰ ਲੈ ਕੇ। ਇੱਦਾਂ ਦੀਆਂ ਬਾਤਾਂ ਜਿਹੜੀਆਂ ਨਾ ਉਹ ਉਹਨਾਂ ਨੇ ਕੀਤੀਆਂ। ਤੇ ਇਹ ਪਹਿਲੀਆਂ 4 ਆਇਤਾਂ ਦੇ ਵਿੱਚ ਨਾ ਇਹੀ ਗੱਲ ਅੱਲਾਹ ਤਾਲਾ ਨੇ ਜਿਹੜੀ ਨਾ ਉਹ ਬਿਆਨ ਕੀਤੀ ਹੈ। ਫਿਰ ਅੱਲਾਹ ਤਾਲਾ ਦੀ ਤਰਫੋਂ ਮਤਲਬ ਇਹ ਆ ਕਿ ਉਸ ਦਾ ਹੱਲ ਦਿੱਤਾ ਗਿਆ, ਕਿਉਂਕਿ ਜਦੋਂ ਉਹ ਖਾਤੂਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋ ਆਈ ਤੇ ਉਸ ਵੇਲੇ ਤੇ ਅੱਲਾਹ ਤਾਲਾ ਦੇ ਅਹਿਕਾਮਾਤ ਨਹੀਂ ਆਏ ਸੀ, ਲਿਹਾਜ਼ਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਉਹਦੇ ਕੋਲੋਂ ਮਾਜ਼ਰਤ ਕੀਤੀ ਕਿ ਮੈਂ ਹੁਣ ਮਤਲਬ ਇਹ ਵੀ ਆਪਣੇ ਕੋਲੋਂ ਤੇ ਕੋਈ ਹੁਕਮ ਨਹੀਂ ਦੇ ਸਕਦਾ, ਅੱਲਾਹ ਤਾਲਾ ਦਾ ਹੁਕਮ ਇਸ ਹਵਾਲੇ ਨਾਲ ਹੋਏਗਾ ਤੇ ਮੈਂ ਤੁਹਾਨੂੰ ਦੱਸਾਂਗਾ। ਮਤਲਬ ਇਹ ਵੀ ਵਰਨਾ ਤਾਂ ਫਿਰ ਜੋ ਕੁਝ ਜਿੱਦਾਂ ਚੱਲ ਰਿਹਾ ਉੱਦਾਂ ਹੀ ਚੱਲੇਗਾ, ਉਦਾਂ ਹੀ। ਬਹਰਹਾਲ ਉਹਨੇ ਜਿਹੜੇ ਮਤਲਬ ਇਹ ਹੈ ਕਿ ਕੋਈ ਆਪਣਾ ਉਹ ਦਰਦ ਦੇ ਨਾਲ ਜਿਹੜਾ ਕੋਈ ਸ਼ਿਕਵਾ ਕੀਤਾ, ਉਹਦਾ ਫਿਰ ਅੱਲਾਹ ਤਾਲਾ ਨੇ ਇੱਥੇ ਤਜ਼ਕਰਾ ਵੀ ਕੀਤਾ ਕਿ ਉਹ ਜਿੱਦਾਂ ਮਤਲਬ ਇਹ ਕਿ ਉਹਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ, ਜ਼ਾਹਿਰ ਬਾਤ ਹੈ ਕਿ ਇਸੇ ਤਰ੍ਹਾਂ ਹੀ ਕਿਹਾ ਹੋਏਗਾ ਕਿ ਤੁਸੀਂ ਅੱਲਾਹ ਦੇ ਰਸੂਲ ਹੋ, ਜਿੱਦਾਂ ਵੀ ਹੈ ਕੋਈ ਤੁਸੀਂ ਜਿਹੜਾ ਨਾ ਉਹ ਅੱਲਾਹ ਤਾਲਾ ਦੇ ਸਾਹਮਣੇ ਅਰਜ਼ ਕਰੋ, ਕੋਈ ਅੱਲਾਹ ਇਹਦਾ ਰਸਤਾ ਦੱਸੇ, ਸਾਨੂੰ ਮਸਲਾ ਹੱਲ ਕਰੇ ਹੋਵੇ। ਬਹਰਹਾਲ ਇਹਦਾ ਅੱਲਾਹ ਨੇ ਜ਼ਿਕਰ ਕੀਤਾ। ਤਾਂ ਮੈਂ ਅਰਜ਼ ਕਰਦਾ ਸੀ ਕਿ ਪਹਿਲੀਆਂ 4 ਆਇਤਾਂ 'ਚ ਇਹ ਹੀ ਇੱਕ ਜਿਹੜਾ ਨਾ ਉਹ ਮਸਲਾ ਬਿਆਨ ਹੋਇਆ। ਫਰਮਾਇਆ ਕਦ ਸਮਿ ਅੱਲਾਹੁ ਕੌਲ ਅੱਲਤੀ ਤੁਜਾदिलुका ਫੀ ਜ਼ੌਜहा। ਅੱਲਾਹ ਤਾਲਾ ਫਰਮਾਂਦਾ ਹੈ ਕਿ ਬੇਸ਼ੱਕ ਜਾਂ ਯਕੀਨਨ ਅੱਲਾਹ ਤਾਲਾ ਨੇ ਸੁਣ ਲਈ ਗੱਲ ਉਸ ਔਰਤ ਦੀ ਜਿਹੜੀ ਹੈ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ ਨਾਲ ਬਹਿਸ ਕਰਦੀ ਸੀ ਆਪਣੇ ਸ਼ੌਹਰ ਦੇ ਬਾਰੇ 'ਚ। ਉਹ ਬਹਿਸ ਯਾਨੀ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਬਈ ਇਹ ਫਿਲਹਾਲ ਤਾਂ ਅੱਲਾਹ ਤਾਲਾ ਦੀ ਤਰਫੋਂ ਕੋਈ ਹੁਕਮ ਨਹੀਂ, ਤੇ ਫਿਰ ਉਹ ਜ਼ਾਹਿਰ ਹੈ ਜਿਹੜਾ ਬੰਦਾ ਪਰੇਸ਼ਾਨੀ 'ਚ ਹੋਵੇ, ਤਕਲੀਫ 'ਚ ਹੋਵੇ, ਤੇ ਉਹ ਆਪਣਾ ਗੱਲ ਕਰਦਾ। ਇਸ ਤਰ੍ਹਾਂ ਇੱਕ ਬਹਿਸ ਕਹਿ ਲਓ ਕਿ ਉਹਦਾ ਅੱਲਾਹ ਨੇ ਜ਼ਿਕਰ ਕੀਤਾ। ਵਤਸ਼ਤਕੀ ਇਲੱਲਾਹ, ਔਰ ਉਹ ਆਪਣਾ ਸ਼ਿਕਵਾ ਕਰ ਰਹੀ ਸੀ ਅੱਲਾਹ ਨਾਲ ਕਿ ਅੱਲਾਹ ਮੈਂ ਕਿੱਥੇ ਜਾਵਾਂਗੀ, ਮੇਰਾ ਹੁਣ ਕੀ ਬਣੇਗਾ, ਤੂੰ ਐ ਅੱਲਾਹ ਕੋ ਇਹਦਾ ਸਾਡਾ ਹੱਲ ਕੱਢ ਬਸ। ਵੱਲਾਹੁ ਯਸਮਾਉ ਤੁਹਾਵੁਰकुमा, ਔਰ ਅੱਲਾਹ ਤਾਲਾ ਨੇ ਤੁਹਾਡੇ ਦੋਹਾਂ ਦੀ ਗੱਲ ਸੁਣ ਲਈ ਸੀ। ਅੱਲਾਹ ਵੀ ਸੁਣ ਰਿਹਾ ਸੀ ਤੁਹਾਡੇ ਦੋਹਾਂ ਦੀ ਗੱਲ, ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਔਰ ਖੌਲਾ ਬਿਨਤ ਸਾਲਬਾ ਰਜ਼ੀ ਅੱਲਾਹ ਤਾਲਾ ਅਨਹਾ। ਅੱਲਾਹ ਕਹਿੰਦਾ ਮੈਂ ਉਹ ਬਹਿਸ ਸੁਣ ਰਿਹਾ ਸੀ। ਇਨ ਅੱਲਾਹ ਸਮੀਉਮ ਬਸੀਰ, ਔਰ ਤੁਸੀਂ ਐਵੇਂ ਨਾ ਸਮਝੋ ਅੱਲਾਹ ਤਾਲਾ ਸਭ ਕੁਝ ਸੁਣਨ ਵਾਲਾ ਦੇਖਣ ਵਾਲਾ। ਹੁਣ ਅੱਲਾਹ ਤਾਲਾ ਸੁਣਨ ਵਾਲਾ ਦੇਖਣ ਵਾਲਾ, ਤੇ ਫਿਰ ਅੱਲਾਹ ਤਾਲਾ ਦੇ ਸੁਣਨ ਦੇਖਣ ਦਾ ਫਿਰ ਕੀ ਨਤੀਜਾ ਨਿਕਲਿਆ। ਫਰਮਾਇਆ ਅੱਲਾਜ਼ੀਨਾ ਯੁਜ਼ਾਹਿਰੂਨਾ ਮਿਨकुम ਮਿਨ ਨਿਸਾਇਹਿਮ,
ਔਰ ਉਹ ਬੰਦੇ ਜਿਹੜੇ ਤੁਹਾਡੇ ਵਿੱਚੋਂ ਆਪਣੀਆਂ ਬੀਵੀਆਂ ਦੇ ਨਾਲ ਜ਼ਿਹਾਰ ਕਰਨ, ਹੁਣ ਇਹ ਉਹ ਜ਼ਿਹਾਰ ਹੈ, ਠੀਕ ਹੈ ਨਾ, ਕਿ ਬੀਵੀ ਨੂੰ ਮਾਂ ਕਹਿ ਦੇਣਾ ਜਾਂ ਭੈਣ ਕਹਿ ਦੇਣਾ ਜਾਂ ਜੋ ਵੀ ਇਸ ਤਰ੍ਹਾਂ ਦਾ ਕੋਈ ਲਫ਼ਜ਼ ਬੋਲ ਦੇਣਾ। ਅੱਲਾਜ਼ੀਨਾ ਯੁਜ਼ਾਹਿਰੂਨਾ ਮਿਨਕੁਮ ਮਿਨ ਨਿਸਾਇਹਿਮ, ਤੁਹਾਡੇ ਚੋਂ ਜਿਹੜੇ ਲੋਕ ਆਪਣੀਆਂ ਬੀਵੀਆਂ ਦੇ ਨਾਲ ਜ਼ਿਹਾਰ ਕਰਨ, ਮਾ ਹੁੰਨਾ ਉਮਹਾਤਿਹਿਮ, ਉਹ ਉਹਨਾਂ ਦੀਆਂ ਮਾਵਾਂ ਨਹੀਂ ਬਣ ਜਾਂਦੀਆਂ, ਯਾਨੀ ਉਹ ਉਹਨਾਂ ਦੀਆਂ ਮਾਵਾਂ ਨਹੀਂ ਹੋ ਜਾਂਦੀਆਂ, ਕਹਿਣ ਨਾਲ ਮਾਵਾਂ ਨਹੀਂ ਬਣਦੀਆਂ ਜਿੱਦਾਂ ਕਹਿੰਦੇ ਆ। ਇਨ ਉਮਹਾਤੁਹੁਮ ਇਲਾਈ ਵਲਦਨਾਹੁਮ, ਔਰ ਉਹਨਾਂ ਦੀਆਂ ਮਾਵਾਂ ਤੇ ਉਹ ਹੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਜੰਮਿਆ, ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ, ਜੇ ਉਹ ਹੀ ਉਹਨਾਂ ਦੀਆਂ ਮਾਵਾਂ ਵਾ, ਇਹ ਉਹਨਾਂ ਦੀਆਂ ਮਾਵਾਂ ਨਹੀਂ ਬਣ ਸਕਦੀਆਂ। व इन्नहुम ला यकूलूना मुनकरम मिनल कौल, बेशक ਇਹ ਜਿਹੜੀ ਗੱਲ ਕਰਦੇ ਆ ਇਹ ਇੱਕ ਬੜੀ ਨਾਮਾਕੂਲ ਗੱਲ ਕਰਦੇ ਆ। ਜਦੋਂ ਇਦਾਂ ਕਹਿੰਦੇ ਆ ਇਹਨਾਂ ਦੀ ਗੱਲ ਬੜੀ ਨਾਮਾਕੂਲ ਹੁੰਦੀ ਹੈ, ਗਲਤ ਗੱਲ ਹੁੰਦੀ ਹੈ, ਤੇ ਇਹ ਜਿਹੜਾ ਨਾ ਇੱਕ ਮੁਨਕਰ ਬਾਤ ਆ ਜਿਹੜੀ ਉਹ ਕਰਦੇ ਆ। ਵਜ਼ੂਰਾ, ਔਰ ਝੂਠ ਬੋਲਦੇ ਆ, ਯਾਨੀ ਝੂਠ ਹੈ, ਉਹ ਮਾਂ ਹੈ ਹੀ ਨਹੀਂ, ਉਹਨੂੰ ਮਾਂ ਕਹਿੰਦਾ, ਤੇ ਮਤਲਬ ਇਹ ਹੈ ਕਿ ਜਿਹੜਾ ਵੀ ਇਦਾਂ ਕਹਿੰਦਾ ਤੇ ਉਹ ਝੂਠ ਬੋਲਦਾ ਹੈ। ਇਨ ਅੱਲਾਹ ਲਾਅਫੁਵੁਨ ਗਫੂਰ, ਔਰ ਬੇਸ਼ੱਕ ਅੱਲਾਹ ਤਾਲਾ ਮਾਫ ਕਰਨ ਵਾਲਾ ਹੈ ਔਰ ਦਰਗੁਜ਼ਰ ਕਰਨ ਵਾਲਾ। ਯਾਨੀ ਠੀਕ ਹੈ, ਇਨਸਾਨਾਂ ਨੇ ਇਹ ਗੱਲਾਂ ਬਾਤਾਂ ਇਦਾਂ ਦੀਆਂ ਕਰ ਲਈਆਂ, ਅੱਲਾਹ ਤਾਲਾ ਚੂੰਕਿ ਅੱਲਾਹ ਤਾਲਾ ਦੀ ਤਰਫੋਂ ਕੋਈ ਹੁਕਮ ਨਹੀਂ ਸੀਗਾ, ਲਿਹਾਜ਼ਾ ਅੱਲਾਹ ਤਾਲਾ ਹੁਣ ਇਹ ਜੋ ਕੁਛ ਕੀਤਾ ਪਹਿਲੇ ਕਰ ਬੈਠੇ ਆ ਉਹਦੇ ਤੋਂ ਤੇ ਅੱਲਾਹ ਤਾਲਾ ਦਰਗੁਜ਼ਰ ਕਰੇਗਾ ਔਰ ਮਾਫ ਵੀ ਕਰ ਦੇਗਾ। ਲੇਕਿਨ ਗਾਂ ਵਾਸਤੇ ਫਿਰ ਅੱਲਾਹ ਤਾਲਾ ਦੀ ਤਰਫੋਂ ਇਹ ਗੱਲ ਜਿਹੜੀ ਹੈ ਨਾ, ਇਹਨੂੰ ਤਵੱਜੋ ਨਾਲ ਸੁਣ ਲਓ, ਮਤਲਬ ਅੱਲਾਹ ਦੀ ਤਰਫੋਂ ਇਹ ਗੱਲ ਕਹੀ ਜਾ ਰਹੀ ਹੈ, ਵੱਲਜ਼ੀਨਾ ਯੁਜ਼ਾਹਿਰੂਨਾ ਮਿਨ ਨਿਸਾਇਹਿਮ, ਔਰ ਉਹ ਜਿਹੜੇ ਲੋਕ ਆਪਣੀਆਂ ਬੀਵੀਆਂ ਦੇ ਨਾਲ ਜ਼ਿਹਾਰ ਕਰਨਗੇ, ਜ਼ਿਹਾਰ ਉਹੋ ਹੀ ਇਸ ਤਰ੍ਹਾਂ ਮਾਂ ਕਹਿ ਦੇਣਾ ਬੀਵੀ ਨੂੰ, ਜਾਂ ਬੇਟੀ ਕਹਿ ਦੇਣਾ ਜਾਂ ਭੈਣ ਕਹਿ ਦੇਣਾ, ਕੁਛ ਵੀ ਕਹਿ ਲਓ। ਨਿਸਾਇਹਿਮ ਸੁੰਮਾ ਯਊਦੂਨਾ ਲਿਮਾ ਕਾਲੂ, ਫਿਰ ਉਹ ਉਹਦੇ ਤੋਂ ਵਾਪਸੀ ਚਾਹਣ, ਯਾਨੀ ਉਹ ਜਿੱਦਾਂ ਹੁੰਦਾ ਨਾ ਕਿ ਤਲਾਕ ਦੇ ਕੇ ਤੇ ਫਿਰ ਬੰਦਾ ਕਹਿੰਦਾ ਜੀ ਮੈਂ ਰਜੂ ਕਰਨਾ ਚਾਹਨਾ, ਹੁਣ ਉਹ ਇਹ ਗੱਲ ਕਰਕੇ ਤੇ ਹੁਣ ਉਹ ਆਪਣੀ ਗੱਲ ਨੂੰ ਵਾਪਸ ਲੈਣਾ ਚਾਹੁੰਦੇ ਆ। ਸੁੰਮਾ ਯਊਦੂ, ਔਰ ਰਜੂ ਕਰ ਲੈਣ, ਰਜੂ ਕਰਨਾ ਚਾਹੁੰਦੇ ਆ ਆਪਣੀ ਉਸ ਗੱਲ ਤੋਂ ਜਿਹੜੀ ਉਹਨਾਂ ਨੇ ਕਹੀ ਸੀ। ਫਤਹਰੀਰੁ ਰਕਬਤਿਨ ਮਿਨ ਕਬਲ ਅਨ ਯਤਮਾਸਾ, ਤੇ ਉਹ ਆਪਣੀ ਬੀਵੀ ਦੇ ਨਾਲ ਤਲਕ ਕਾਇਮ ਕਰਨ ਤੋਂ ਪਹਿਲੇ, ਉਹਨੂੰ ਹੱਥ ਲਾਉਣ ਤੋਂ ਪਹਿਲੇ ਜਿਹੜਾ ਉਹ ਆਜ਼ਾਦ ਕਰਨ ਇੱਕ ਗੁਲਾਮ ਨੂੰ। ਜ਼ਾਲਿਕੁਮ ਤੁਅਜ਼ੂਨ ਬਿਹੀ, ਇਹ ਉਹ ਚੀਜ਼ ਹੈ ਜਿਹਦੇ ਜ਼ਰੀਏ ਤੁਹਾਨੂੰ ਨਸੀਹਤ ਕੀਤੀ ਜਾ ਰਹੀ ਹੈ, ਤੁਹਾਨੂੰ ਸਮਝਾਇਆ ਜਾ ਰਿਹਾ ਹੈ ਕਿ ਹੁਣ ਇਹ ਬਤੌਰ ਸਜ਼ਾ ਤੁਸੀਂ ਜਿਹੜਾ ਨਾ ਇੱਕ ਗੁਲਾਮ ਆਜ਼ਾਦ ਕਰੋ। ਵੱਲਾਹੁ ਬਿਮਾ ਤਾਮਲੂਨਾ ਖਬੀਰ, ਔਰ ਜੋ ਕੁਛ ਵੀ ਤੁਸੀਂ ਕਰਦੇ ਹੋ ਅੱਲਾ ਇਹਦੀ ਇਸ ਚੀਜ਼ ਦੀ ਖਬਰ ਰੱਖਦਾ। ਅੱਲਾ ਖਬਰਦਾਰ ਹੈ ਕਿ ਤੁਸੀਂ ਜਿਹੜਾ ਨਾ ਉਹ ਕੀ ਕਰ ਰਹੇ ਹੋ। ਫਮਨ ਲਮ ਯਜਦ ਫਸਿਆਮ ਸ਼ਹਰੈਨ ਮੁਤਤਾਬਿਐਨ ਮਿਨ ਕਬਲ ਅਨ ਯਤਮਾਸਾ, ਤੇ ਜਿਹੜਾ ਕਮਜ਼ੋਰ ਹੋਵੇ, ਗਰੀਬ ਹੋਵੇ, ਮਤਲਬ ਇਹ ਹੈ ਉਹ ਹੁਣ ਗੁਲਾਮ ਆਜ਼ਾਦ ਨਹੀਂ ਕਰ ਸਕਦਾ, ਤੇ ਫਰਮਾਇਆ ਕਿ ਉਹ 2 ਮਹੀਨੇ ਦੇ ਰੋਜ਼ੇ ਰੱਖੇ ਲਗਾਤਾਰ ਪੈ ਦਰ ਪੈ, ਮੁਤਤਾਬਿਐਨ ਪੈ ਦਰ ਪੈ। ਇਹਦਾ ਮਤਲਬ ਇਹ ਹੁੰਦਾ ਕਿ ਅਗਰ ਇੱਕ ਵੀ ਰੋਜ਼ਾ ਵਿੱਚੋਂ ਕਿਸੇ ਵਜ੍ਹਾ ਤੋਂ ਛੁੱਟ ਗਿਆ ਤੇ ਦੁਬਾਰਾ ਇੱਕ ਤੋਂ ਸ਼ੁਰੂ ਕਰਕੇ 60 ਰੋਜ਼ੇ ਜਿਹੜੇ ਨਾ ਪੂਰੇ ਕਰਨੇ। ਇਹ ਕਰਨੇ ਆ ਤੇ ਫਿਰ ਆਪਣੀ ਬੀਵੀ ਨੂੰ ਹੱਥ ਲਾਣਾ, ਫਿਰ ਉਹਦੇ ਨਾਲ ਤਲਕ ਕਾਇਮ ਕਰਨਾ ਇਹ ਸਜ਼ਾ ਭੁਗਤਣ ਤੋਂ ਬਾਅਦ। ਫਮਨ ਲਮ ਯਸਤਤੇ, ਤੇ ਜਿਹੜਾ ਇੰਨੀ ਵੀ ਇਸਤਤਾਤ ਨਾ ਰੱਖਦਾ ਹੋਵੇ, ਯਾਨੀ ਕੋਈ ਐਸਾ ਮਰੀਜ਼ ਹੈ ਜਿਹੜਾ ਸਿਹਤਯਾਬ ਨਹੀਂ ਹੋ ਸਕਦਾ, ਬਾਜ਼ ਔਕਾਤ ਐਸੀ ਮਰਜ਼ 'ਚ ਬੰਦਾ ਮੁਬਤਲਾ ਹੁੰਦਾ ਹੈ, ਜਾਂ ਬੁਢਾਪੇ ਦੀ ਵਜ੍ਹਾ ਤੋਂ, ਜਾਂ ਕਿਸੇ ਐਸੀ ਮਰਜ਼ 'ਚ ਮੁਬਤਲਾ ਹੈ ਕਿ ਮਰਜ਼ ਵੀ ਠੀਕ ਹੋਣ ਵਾਲੀ ਨਹੀਂ, ਔਰ ਕੋਈ ਹਾਰਟ ਦਾ ਮਰੀਜ਼ ਹੈ, ਕੋਈ ਸ਼ੂਗਰ ਦਾ ਮਰੀਜ਼ ਹੈ, ਔਰ ਡਾਕਟਰ ਨੇ ਮਨਾ ਕਿਹਾ ਵੀ ਤੂੰ ਰੋਜ਼ਾ ਨਹੀਂ ਰੱਖ ਸਕਦਾ,
ਤੂੰ ਨਹੀਂ ਰੱਖਣਾ, ਵਰਨਾ ਤੇਰੀ ਸਿਹਤ ਹੋਰ ਜਾਂਦੀ ਰਹੇਗੀ। ਤੇ ਉਹ ਫਿਰ ਅਗਰ ਰੋਜ਼ਾ ਨਹੀਂ ਰੱਖ ਸਕਦਾ ਤੇ ਫਿਰ ਉਹਦੇ ਵਾਸਤੇ ਦੱਸਿਆ। ਬਾਕੀ ਇਹ ਨਹੀਂ ਕਿ ਅਗਰ ਉਹ ਰੋਜ਼ਾ ਰੱਖ ਸਕਦਾ, ਪਹਿਲੀ ਗੱਲ ਇਹ ਕਿ ਅਗਰ ਉਹ ਗੁਲਾਮ ਆਜ਼ਾਦ ਕਰ ਸਕਦਾ ਤਾਂ ਗੁਲਾਮ ਹੀ ਆਜ਼ਾਦ ਕਰੇਗਾ, ਉਹ ਫਿਰ ਰੋਜ਼ੇ ਨਹੀਂ ਰੱਖੇਗਾ। ਹਾਂ, ਗੁਲਾਮ ਆਜ਼ਾਦ ਨਹੀਂ ਕਰ ਸਕਦਾ, ਜ਼ਿਆਦਾ ਗਰੀਬ ਹੈ, ਫਿਰ ਉਹ ਜਿਹੜਾ ਨਾ ਉਹ 2 ਮਹੀਨੇ ਦੇ ਰੋਜ਼ੇ ਰੱਖੇਗਾ। ਔਰ 2 ਮਹੀਨੇ ਦੇ ਰੋਜ਼ੇ ਅਗਰ ਕੋਈ ਸਿਹਤ ਦਾ ਮਸਲਾ ਹੈ, ਕੋਈ ਮਸਲਾ ਹੈ, ਉਹ ਨਹੀਂ ਰੱਖ ਸਕਦਾ ਤੇ ਫਿਰ ਉਹ ਜਿਹੜਾ ਨਾ ਉਹ ਅਗਲੀ ਗੱਲ ਉਹਦੇ ਵਾਸਤੇ ਫਮਨ ਲਮ ਯਸਤਤੇ, ਜਿਹਦੇ ਵਿੱਚ ਇਸਤਤਾਤ ਨਾ ਹੋਵੇ, ਫਇਤਆਮ ਸਿੱਤੀਨਾ ਮਿਸਕੀਨਾ, ਤੇ ਉਹ ਫਿਰ 60 ਮਸਕੀਨਾਂ ਨੂੰ ਖਾਣਾ ਖਿਲਾਵੇ। 60 ਰੋਜ਼ੇ ਰੱਖਣੇ ਸੀ ਤੇ 60 ਮਸਕੀਨਾਂ ਨੂੰ ਖਾਣਾ ਖਿਲਾਵੇ। ਜ਼ਾਲਿਕਾ ਲਿਤੁਅਮਿਨੂ ਬਿल्लाहि व रसूले, ਇਹ ਇਸ ਵਾਸਤੇ ਕਿ ਤੁਸੀਂ ਅੱਲਾਹ ਔਰ ਉਹਦੇ ਰਸੂਲ ਦੇ ਉੱਤੇ ਜਿਹੜਾ ਨਾ ਉਹ ਈਮਾਨ ਰੱਖੋ। ਕੀ ਮਤਲਬ ਹੈ? ਈਮਾਨ ਤਾਂ ਰੱਖਿਆ ਹੈ ਪਹਿਲੇ ਹੀ, ਈਮਾਨ ਵਾਲੇ ਹੀ ਹੈ। ਯਾਨੀ ਤੁਸੀਂ ਅੱਲਾਹ ਉਹਦੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੂੰ ਹਾਕਮ ਮੰਨੋ। ਯਾਨੀ ਉਹ ਹਾਕਮ ਹੈ, ਹੁਕਮਰਾਨ ਹੈ, ਉਹਦਾ ਹੁਕਮ ਜਿਹੜਾ ਜਦੋਂ ਤੁਸੀਂ ਮੰਨੋਗੇ ਤੇ ਇਸ ਤਰ੍ਹਾਂ ਤੁਹਾਡਾ ਇਹ ਸਬੂਤ ਹੋਏਗਾ ਕਿ ਤੁਸੀਂ ਅੱਲਾਹ ਨੂੰ ਮੰਨਦੇ ਹੋ। ਅਸੀਂ ਜਿਹੜਾ ਆਮ ਤੌਰ ਤੇ ਪਾਕਿਸਤਾਨੀਆਂ ਨੇ ਸਮਝਿਆ ਹੋਇਆ ਨਾ ਕਿ ਐਵੇਂ ਹੀ ਜੀ ਬਸ ਅੱਲਾਹ ਨੂੰ ਮੈਂ ਮੰਨਦਾ। ਅੱਲਾਹ ਨੂੰ ਮੰਨਣ ਦਾ ਮਤਲਬ ਹੈ ਅੱਲਾਹ ਦੀ ਗੱਲ ਮੰਨਣਾ। ਕੁਰਾਨ ਨੂੰ ਮੰਨਣ ਦਾ ਮਤਲਬ ਹੈ ਕੁਰਾਨ ਦੀ ਗੱਲ ਮੰਨਣਾ। ਇਹ ਨਹੀਂ ਹੈਗਾ ਮੰਨਣਾ ਕਿ ਮੈਂ ਮੰਨਦਾ ਵਾਂ। ਤੁਸੀਂ ਕਹੋ ਜੀ ਮੈਂ ਪਾਕਿਸਤਾਨੀ ਹਕੂਮਤ ਨੂੰ ਮੰਨਦਾ ਵਾਂ ਤੇ ਪਾਕਿਸਤਾਨੀ ਹਕੂਮਤ ਦੇ ਤੁਸੀਂ ਜਾਂ ਪਾਕਿਸਤਾਨੀ ਰਿਆਸਤ ਨੂੰ ਮੈਂ ਮੰਨਦਾ ਵਾਂ ਤੇ ਪਾਕਿਸਤਾਨੀ ਹਕੂਮਤ ਰਿਆਸਤ ਦੇ ਖਿਲਾਫ ਚੱਲੋ, ਪਾਕਿਸਤਾਨੀ ਹੁਕਮਰਾਨਾਂ ਦੇ ਖਿਲਾਫ ਚੱਲੋ ਤੇ ਫਿਰ ਤੁਹਾਨੂੰ ਜੇਲ੍ਹ 'ਚ ਨਾ ਸਿੱਟਣ, ਤੁਹਾਨੂੰ ਛਿੱਤਰ ਨਾ ਫੇਰਨ, ਤੇ ਫਿਰ ਤੁਸੀਂ ਕਹੋ ਜੀ ਮੈਂ ਤਾਂ ਮੰਨਦਾ ਵਾਂ। ਤੇ ਉਹ ਕਹੇਗਾ ਮੰਨਣ ਦਾ ਕੀ ਮਤਲਬ ਹੈ? ਮੰਨਣ ਦਾ ਮਤਲਬ ਇਹ ਸੀਗਾ ਕਿ ਤੂੰ ਸਾਡੀ ਇਹ ਹਦੂਦ ਜਿਹੜੀ ਹੈ, ਸਾਡੇ ਅਹਿਕਾਮਾਤ ਜਿਹੜੇ ਆ, ਇਹਨਾਂ ਨੂੰ ਮੰਨਦਾ ਕਿ ਨਹੀਂ ਮੰਨਦਾ। ਤੇਰੇ ਉਹ ਮੂੰਹ ਜ਼ਬਾਨੀ ਮੰਨਣ ਦਾ ਸਾਨੂੰ ਕੋਈ ਮਤਲਬ ਨਹੀਂ ਹੈਗਾ, ਠੀਕ ਹੈ ਨਾ। ਤੇ ਉਹ ਅੱਲਾਹ ਨੂੰ ਤਾਂ ਫਿਰ ਉਦਾਂ ਵੀ ਦਿਲੋਂ ਮੰਨਣਾ, ਠੀਕ ਹੈ, ਤੇ ਅਮਲ ਨਾਲ ਮੰਨਣਾ। ਯਾਨੀ ਇਹ ਅਗਰ ਅੱਲਾਹ ਨੇ ਐਵੇਂ ਹੀ ਛੱਡਿਆ ਹੁੰਦਾ ਕਿ ਬਸ ਠੀਕ ਹੈ ਜੀ, ਤੇ ਫਿਰ ਮੰਨੇ ਨਾ ਮੰਨੇ ਦਾ ਕੀ ਪਤਾ ਲੱਗਣਾ ਸੀਗਾ। ਇਹ ਇਸ ਵਾਸਤੇ ਆ ਕਿ ਅੱਲਾਹ ਤਾਲਾ ਫਰਮਾਂਦਾ ਕਿ ਇਹ ਤਾਂ ਕਿ ਜਿਹੜਾ ਨਾ ਉਹ ਤੁਸੀਂ ਫਰਮਾ ਬਰਦਾਰੀ ਦਾ ਮੁਜ਼ਾਹਰਾ ਕਰੋ, ਤੁਸੀਂ ਅੱਲਾਹ ਨੂੰ ਹਾਕਮ ਮੰਨਣ ਦਾ ਮੁਜ਼ਾਹਰਾ ਕਰੋ ਕਿ ਤੁਸੀਂ ਅੱਲਾਹ ਨੂੰ ਤੇ ਉਹਦੇ ਰਸੂਲ ਨੂੰ ਮੰਨਦੇ ਹੋ, ਆਜ਼ਾਦ ਹੀ ਨਹੀਂ ਮੂੰਹ ਚੱਕ ਕੇ ਤੁਰੇ ਫਿਰਦੇ। ਵਤਿਲਕਾ ਹੁਦੂਦੁल्लाह, ਔਰ ਇਹ ਅੱਲਾਹ ਦੀਆਂ ਹੱਦਾਂ ਵਾਂ। ਵਲਿਲ ਕਾਫਿਰੀਨਾ ਅਜ਼ਾਬੁਨ ਅਲੀਮ, ਔਰ ਕਾਫਰਾਂ ਦੇ ਵਾਸਤੇ ਤੇ ਇੱਕ ਦਰਦਨਾਕ ਅਜ਼ਾਬ ਹੈ।